ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਜੂਨ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ ਮਕਾਸ਼ਫਾ: ਖੁਦਾਵੰਦ ਰੱਬ ਜਿਹੜਾ ਹੈ ਤੇ ਜਿਹੜਾ ਹੈ ਸੀ ਤੇ ਜਿਹੜਾ ਆਉਣ ਵਾਲਾ ਹੈ, ਯਾਨੀ ਕਾਦਰ ਮੁਤਲਕ ਆਖਦਾ ਹੈ ਭਈ ਮੈਂ ਅਲਫਾ ਤੇ ਓਮੇਗਾ ਵਾਂ। ਜਵਾਬੀ ਪੜ੍ਹਾਈ। ਯਸਾਇਆ: ਮੈਂ ਹੀ ਖੁਦਾਵੰਦ ਵਾਂ ਤੇ ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ। ਮੈਂ ਤੇਰੀ ਕਮਰ ਬੰਨੀ ਭਾਵੇਂ ਤੂੰ ਮੈਨੂੰ ਨਾ ਪਛਾਣਿਆ, ਤਾਂ ਜੋ ਮਸ਼ਰਕ ਤੋਂ ਮਗਰਬ ਤੀਕਰ ਲੋਕੀ ਜਾਣ ਲੈਣ ਭਈ ਮੇਰੇ ਸਿਵਾ ਕੋਈ ਨਹੀਂ, ਮੈਂ ਹੀ ਖੁਦਾਵੰਦ ਵਾਂ, ਮੇਰੇ ਸਿਵਾ ਕੋਈ ਦੂਜਾ ਨਹੀਂ। ਐ ਅਸਮਾਨ ਉੱਤੋਂ ਟਪਕ ਪੈ, ਹਾਂ ਬੱਦਲ ਰਾਸਤਬਾਜ਼ੀ ਵਰਾਉਣ, ਧਰਤੀ ਖੁੱਲ੍ਹ ਜਾਵੇ ਤੇ ਮੁਕਤੀ ਤੇ ਸੱਚਾਈ ਦਾ ਫਲ ਲਿਆਵੇ। ਉਹ ਉਹਨਾਂ ਨੂੰ ਇਕੱਠਾ ਉਗਾਵੇ। ਮੈਂ ਖੁਦਾਵੰਦ ਉਹਨੂੰ ਪੈਦਾ ਕਰਨ ਵਾਲਾ ਵਾਂ। ਉਹਦੇ ਉੱਤੇ ਅਫਸੋਸ ਜਿਹੜਾ ਆਪਣੇ ਖਾਲਕ ਨਾਲ ਲੜਦਾ ਏ। ਠੀਕਰਾ ਤੇ ਧਰਤੀ ਦੇ ਠੀਕਰਿਆਂ ਵਿੱਚੋਂ ਏ। ਕੀ ਮਿੱਟੀ ਕੁਮਾਰ ਨੂੰ ਆਖੇ ਭਈ ਤੂੰ ਕੀ ਬਣਾਉਣਾ ਏ? ਕੀ ਤੇਰੀ ਦਸਤਕਾਰੀ ਆਖੇ ਭਈ ਉਹਦੇ ਤੇ ਹੱਥ ਹੈ ਨਹੀਂ? ਮੈਂ ਧਰਤੀ ਬਣਾਈ, ਉਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਤੇ ਮੈਂ ਹੀ ਅਸਮਾਨ ਨੂੰ ਤਾਨਿਆ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੁਕਮ ਕੀਤਾ। ਕਿਉਂ ਜੇ ਖੁਦਾਵੰਦ ਜਿਹਨੇ ਅਸਮਾਨ ਪੈਦਾ ਕੀਤੇ ਉਹ ਹੀ ਰੱਬ ਏ। ਉਹਨੇ ਹੀ ਧਰਤੀ ਬਣਾਈ ਤੇ ਤਿਆਰ ਕੀਤੀ, ਉਹਨੇ ਹੀ ਉਹਨੂੰ ਕਾਇਮ ਕੀਤਾ। ਉਹਨੇ ਉਹਨੂੰ ਬੇਕਾਰ ਪੈਦਾ ਨਹੀਂ ਕੀਤਾ, ਬਲਕਿ ਉਹਨੂੰ ਆਬਾਦੀ ਲਈ ਸਜਾਇਆ। ਉਹ ਇੰਜ ਆਖਦਾ ਏ ਭਈ ਮੈਂ ਰੱਬ ਵਾਂ ਤੇ ਮੇਰੇ ਸਿਵਾ ਕੋਈ ਨਹੀਂ। ਇਹ ਧਰਤੀ ਦੀ ਇੰਤਹਾ ਦੇ ਰਹਿਣ ਵਾਲਿਓ, ਤੁਸੀਂ ਮੇਰੇ ਵੱਲ ਧਿਆਨ ਕਰੋ ਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਵਾਂ ਤੇ ਮੇਰੇ ਸਿਵਾ ਕੋਈ ਨਹੀਂ। ਦਰਸੀ ਆਵਾਜ਼ ਬਾਈਬਲ ਵਿੱਚੋਂ ਪਦੈਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੁਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਖਰੂਜ: ਤੇ ਮੂਸਾ ਆਪਣੇ ਸਹੁਰੇ ਦੀਆਂ ਜਿਹੜਾ ਮਦਿਆਨ ਦਾ ਕਾਹਨ ਸੀ, ਭੇਡ ਬੱਕਰੀਆਂ ਚਾਰਦਾ ਸੀ, ਤੇ ਉਹ ਭੇਡ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਹਨਾਂ ਨੂੰ ਬਿਆਬਾਨ ਦੇ ਪਰਲੇ ਪਾਸਿਓਂ ਰੱਬ ਦੇ ਪਹਾੜ ਦੇ ਨੇੜੇ ਲੈ ਆਇਆ। ਤੇ ਖੁਦਾਵੰਦ ਦਾ ਇੱਕ ਫਰਿਸ਼ਤਾ ਝਾੜੀ ਵਿੱਚੋਂ ਅੱਗ ਦੇ ਚੰਗਿਆੜੇ ਵਿੱਚ ਉਹਦੇ ਉੱਤੇ ਜ਼ਾਹਰ ਹੋਇਆ। ਉਹਨੇ ਧਿਆਨ ਕੀਤਾ ਤੇ ਕੀ ਵੇਖਦਾ ਏ ਭਈ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਏ, ਪਰ ਉਹ ਝਾੜੀ ਸੜਦੀ ਨਹੀਂ। ਫਿਰ ਮੂਸਾ ਨੇ ਆਖਿਆ ਭਈ ਮੈਂ ਹੁਣ ਜ਼ਰਾ ਉੱਧਰ ਜਾ ਕੇ ਇਸ ਮੰਜ਼ਰ ਨੂੰ ਵੇਖਾਂ ਭਈ ਇਹ ਝਾੜੀ ਕਿਉਂ ਨਹੀਂ ਸੜਦੀ। ਜਦੋਂ ਖੁਦਾਵੰਦ ਨੇ ਵੇਖਿਆ ਭਈ ਉਹ ਵੇਖਣ ਲਈ ਕਤਰਾ ਕੇ ਆ ਰਿਹਾ ਏ, ਤੇ ਰੱਬ ਨੇ ਉਹਨੂੰ ਝਾੜੀ ਵਿੱਚੋਂ ਆਵਾਜ਼ ਦਿੱਤੀ ਤੇ ਆਖਿਆ, ਐ ਮੂਸਾ, ਐ ਮੂਸਾ। ਉਹਨੇ ਆਖਿਆ ਮੈਂ ਹਾਜ਼ਰ ਵਾਂ। ਫਿਰ ਉਹਨੇ ਆਖਿਆ ਇੱਧਰ ਕੋਲ ਨਾ ਆ, ਆਪਣੇ ਪੈਰਾਂ ਤੋਂ ਜੁੱਤੀ ਲਾ, ਕਿਉਂ ਜੇ ਜਿਹੜੀ ਥਾਂ ਤੇ ਤੂੰ ਖਲੋਤਾ ਏ ਉਹ ਪਾਕ ਧਰਤੀ ਏ। ਫਿਰ ਉਹਨੇ ਆਖਿਆ ਮੈਂ ਤੇਰੇ ਪਿਓ ਦਾਦੇ ਦਾ ਰੱਬ ਯਾਨੀ ਇਬਰਾਹਿਮ ਦਾ ਰੱਬ ਤੇ ਯਾਕੂਬ ਦਾ ਰੱਬ ਤੇ ਇਜ਼ਹਾਕ ਦਾ ਰੱਬ ਵਾਂ। ਮੂਸਾ ਨੇ ਆਪਣਾ ਮੂੰਹ ਲੁਕੋਇਆ, ਕਿਉਂ ਜੇ ਉਹ ਰੱਬ ਉੱਤੇ ਨਜ਼ਰ ਕਰਨ ਤੋਂ ਡਰਦਾ ਸੀ। ਤੇ ਖੁਦਾਵੰਦ ਨੇ ਆਖਿਆ ਮੈਂ ਆਪਣੇ ਲੋਕਾਂ ਦੀਆਂ ਤਕਲੀਫਾਂ ਜਿਹੜੇ ਮਿਸਰ ਵਿੱਚ ਨੇ ਖੂਬ ਵੇਖੀਆਂ, ਤੇ ਉਹਨਾਂ ਦੀ ਫਰਿਆਦ ਜਿਹੜੀ ਬੇਗਾਰ ਲੈਣ ਵਾਲਿਆਂ ਦੇ ਪਾਰੋਂ ਹੈ ਸੁਣੀ, ਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਵਾਂ। ਤੇ ਮੈਂ ਉਤਰਿਆ ਵਾਂ ਭਈ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਤੇ ਉਸ ਦੇਸ਼ ਵਿੱਚ ਕੱਢ ਕੇ ਉਹਨਾਂ ਨੂੰ ਇੱਕ ਚੰਗੇ ਤੇ ਖੁੱਲ੍ਹੇ ਦੇਸ਼ ਵਿੱਚ ਅਪੜਾਵਾਂ, ਜਿੱਥੇ ਦੁੱਧ ਤੇ ਸ਼ਹਿਦ ਵਗਦਾ ਏ। ਇਸ ਲਈ ਹੁਣ ਆ, ਮੈਂ ਤੈਨੂੰ ਫਰਾਊਨ ਦੇ ਕੋਲ ਘੱਲਦਾ ਵਾਂ ਭਈ ਤੂੰ ਮੇਰੀ ਕੌਮ ਬਣੀ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ। ਮੂਸਾ ਨੇ ਰੱਬ ਨੂੰ ਆਖਿਆ ਮੈਂ ਕੌਣ ਹੁੰਨਾ ਜਿਹੜਾ ਫਰਾਊਨ ਦੇ ਕੋਲ ਜਾਵਾਂ ਤੇ ਬਣੀ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ। ਉਹਨੇ ਆਖਿਆ ਮੈਂ ਜ਼ਰੂਰ ਤੇਰੇ ਨਾਲ ਰਵਾਂਗਾ।
ਜਦ ਮੈਂ ਬਨੀ ਇਸਰਾਏਲ ਦੇ ਕੋਲ ਜਾ ਕੇ ਉਹਨਾਂ ਨੂੰ ਆਖਾਂਗਾ ਭਈ ਤੁਹਾਡੇ ਪਿਓ ਦਾਦੇ ਦੇ ਰੱਬ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ, ਤੇ ਉਹ ਮੈਨੂੰ ਆਖਣ ਭਈ ਉਹਦਾ ਨਾਂ ਕੀ ਏ, ਤੇ ਮੈਂ ਉਹਨਾਂ ਨੂੰ ਕੀ ਦੱਸਾਂ। ਰੱਬ ਨੇ ਮੂਸਾ ਨੂੰ ਆਖਿਆ, ਜੋ ਮੈਂ ਹਾਂ ਸੋ ਮੈਂ ਹਾਂ। ਇਸ ਲਈ ਤੂੰ ਬਨੀ ਇਸਰਾਏਲ ਨੂੰ ਇੰਝ ਆਖੀ ਭਈ ਮੈਂ ਜੋ ਹਾਂ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ। ਤੇ ਮੈਂ ਆਖਿਆ ਭਈ ਮੈਂ ਤੁਹਾਨੂੰ ਮਿਸਰ ਦੇ ਦੁੱਖ ਵਿੱਚੋਂ ਕੱਢ ਲਵਾਂਗਾ। ਖਰੂਜ। ਤੇ ਰੱਬ ਨੇ ਮੂਸਾ ਨੂੰ ਆਖਿਆ, ਬਨੀ ਇਸਰਾਏਲ ਨੂੰ ਹੁਕਮ ਦੇ ਭਈ ਉਹ ਪਰਤ ਕੇ ਮਜਦਾਲ ਤੇ ਸਮੁੰਦਰ ਦੇ ਵਿੱਚ ਫੀ ਖੈਰੋਤ ਦੇ ਮੁਕਾਬਲ ਬਿਲਸਫੂਨ ਦੇ ਅੱਗੇ ਡੇਰੇ ਲਾਉਣ, ਉਹਦੇ ਅੱਗੇ ਹੀ ਸਮੁੰਦਰ ਦੇ ਕੰਢੇ ਕੰਢੇ ਡੇਰੇ ਲਾਉਣ। ਤੇ ਮੈਂ ਫਰਾਊਨ ਦੇ ਦਿਲ ਨੂੰ ਸਖਤ ਕਰਾਂਗਾ ਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਤੇ ਮੈਂ ਫਰਾਊਨ ਤੇ ਉਹਦੇ ਸਾਰੇ ਲਸ਼ਕਰ ਉੱਤੇ ਮੁਮਤਾਜ਼ ਹੋਵਾਂਗਾ, ਤੇ ਮਿਸਰੀ ਜਾਣ ਲੈਣਗੇ ਭਈ ਖੁਦਾਵੰਦ ਮੈਂ ਵਾਂ। ਤੇ ਉਹਨਾਂ ਨੇ ਇੰਝ ਹੀ ਕੀਤਾ। ਜਦ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਭਈ ਉਹ ਲੋਕ ਟੁਰ ਪਏ ਨੇ, ਤੇ ਫਰਾਊਨ ਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰ ਗਿਆ, ਤੇ ਉਹ ਆਖਣ ਲੱਗੇ ਭਈ ਅਸੀਂ ਇਹ ਕੀ ਕੀਤਾ ਭਈ ਇਸਰਾਏਲੀਆਂ ਨੂੰ ਆਪਣੀ ਖਿਦਮਤ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ। ਤੇ ਉਹਨੇ 600 ਚੁਣੇ ਹੋਏ ਰੱਥ ਬਲਕਿ ਮਿਸਰ ਦੇ ਸਾਰੇ ਰੱਥ ਲਏ, ਤੇ ਉਹਨਾਂ ਸਾਰਿਆਂ ਵਿੱਚ ਸਰਦਾਰਾਂ ਨੂੰ ਬਿਠਾਇਆ, ਤੇ ਉਹਨੇ ਇਸਰਾਏਲੀ ਕੌਮ ਦਾ ਪਿੱਛਾ ਕੀਤਾ। ਤੇ ਜਦ ਫਰਾਊਨ ਨੇੜੇ ਆ ਗਿਆ, ਤਦ ਇਸਰਾਏਲੀ ਕੌਮ ਨੇ ਅੱਖ ਚੁੱਕ ਕੇ ਵੇਖਿਆ ਭਈ ਮਿਸਰੀ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਨੇ, ਤੇ ਉਹ ਬਹੁਤ ਡਰ ਗਏ। ਤਦ ਇਸਰਾਏਲੀ ਕੌਮ ਨੇ ਖੁਦਾਵੰਦ ਅੱਗੇ ਫਰਿਆਦ ਕੀਤੀ। ਤਦ ਮੂਸਾ ਨੇ ਲੋਕਾਂ ਨੂੰ ਆਖਿਆ, ਡਰੋ ਨਾ, ਬਲਕਿ ਚੁੱਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ, ਜਿਹੜਾ ਉਹ ਅੱਜ ਤੁਹਾਡੇ ਲਈ ਕਰੇਗਾ, ਕਿਉਂਕਿ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ, ਉਹਨਾਂ ਨੂੰ ਫਿਰ ਕਦੀ ਹਮੇਸ਼ਾ ਤਿਕਰ ਨਾ ਵੇਖੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਤੇ ਖੁਦਾਵੰਦ ਨੇ ਸਾਰੀ ਰਾਤ ਤੇਜ਼ ਪੂਰਬੀ ਹਵਾ ਚਲਾ ਕੇ ਤੇ ਸਮੁੰਦਰ ਨੂੰ ਪਿੱਛਾ ਹਟਾ ਕੇ ਉਹਨੂੰ ਖੁਸ਼ਕ ਧਰਤੀ ਬਣਾ ਦਿੱਤਾ, ਤੇ ਪਾਣੀ 2 ਹਿੱਸੇ ਹੋ ਗਿਆ। ਤੇ ਇਸਰਾਏਲੀ ਕੌਮ ਸਮੁੰਦਰ ਦੇ ਵਿੱਚੋਂ ਖੁਸ਼ਕ ਧਰਤੀ ਉੱਤੇ ਟੁਰ ਕੇ ਲੰਘ ਗਏ, ਤੇ ਉਹਨਾਂ ਦੇ ਸੱਜੇ ਤੇ ਖੱਬੇ ਹੱਥ ਪਾਣੀ ਕੰਧ ਵਾਂਗਰ ਸੀ। ਤੇ ਮਿਸਰੀਆਂ ਨੇ ਪਿੱਛਾ ਕੀਤਾ, ਤੇ ਫਰਾਊਨ ਦੇ ਸਾਰੇ ਘੋੜੇ ਤੇ ਰੱਥ ਸਵਾਰ ਉਹਨਾਂ ਦੇ ਮਗਰ ਮਗਰ ਸਮੁੰਦਰ ਦੇ ਵਿਚਾਲੇ ਟੁਰ ਗਏ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਆਪਣਾ ਹੱਥ ਸਮੁੰਦਰ ਵੱਲ ਵਧਾ, ਤਾਂ ਜੋ ਪਾਣੀ ਮਿਸਰੀਆਂ ਤੇ ਉਹਨਾਂ ਦੇ ਰੱਥਾਂ ਤੇ ਸਵਾਰਾਂ ਉੱਤੇ ਫਿਰ ਵਗਣ ਲੱਗ ਜਾਵੇ। ਤੇ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਤੇ ਸਵੇਰ ਹੁੰਦਿਆਂ ਹੁੰਦਿਆਂ ਸਮੁੰਦਰ ਫਿਰ ਆਪਣੀ ਅਸਲੀ ਕੁਵਤ ਵਿੱਚ ਆ ਗਿਆ, ਤੇ ਮਿਸਰੀ ਪਰਤ ਕੇ ਨੱਸਣ ਲੱਗੇ, ਪਰ ਖੁਦਾਵੰਦ ਨੇ ਸਮੁੰਦਰ ਦੇ ਵਿਚਾਲੇ ਹੀ ਮਿਸਰੀਆਂ ਨੂੰ ਨੇਸਤ ਕਰ ਛੱਡਿਆ। ਤੇ ਖੁਦਾਵੰਦ ਨੇ ਇਸਰਾਏਲੀਆਂ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ, ਤੇ ਇਸਰਾਏਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕੰਢੇ ਉੱਤੇ ਮਰੇ ਪਏ ਵੇਖਿਆ। ਤੇ ਇਸਰਾਏਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਰ ਕੀਤੀ ਸੀ ਵੇਖੀ, ਤੇ ਉਹ ਲੋਕ ਖੁਦਾਵੰਦ ਤੋਂ ਡਰੇ, ਤੇ ਖੁਦਾਵੰਦ ਉੱਤੇ ਤੇ ਉਹਦੇ ਬੰਦੇ ਮੂਸਾ ਉੱਤੇ ਈਮਾਨ ਲਿਆਏ। ਅਬਰਾਨੀਓ। ਹੁਣ ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਏ। ਈਮਾਨ ਪਾਰੋਂ ਹੀ ਮੂਸਾ ਨੇ ਵੱਡੇ ਹੋ ਕੇ ਫਰਾਊਨ ਦੀ ਧੀ ਦਾ ਪੁੱਤਰ ਅਖਵਾਨ ਤੋਂ ਇਨਕਾਰ ਕੀਤਾ। ਈਮਾਨ ਪਾਰੋਂ ਹੀ ਉਹਨੇ ਬਾਦਸ਼ਾਹ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਇਸ ਲਈ ਵੀ ਉਹ ਨਾ ਵੇਖੇ ਹੋਏ ਨੂੰ ਜਿਵੇਂ ਵੇਖ ਕੇ ਸਾਬਤ ਕਦਮ ਰਿਹਾ। ਈਮਾਨ ਪਾਰੋਂ ਹੀ ਉਹ ਬਹਿਰੇ ਕੁਲਜ਼ਮ ਤੋਂ ਇੰਝ ਨਿਕਲ ਗਏ ਜਿਵੇਂ ਸੁੱਕੀ ਥਾਂ ਤੋਂ, ਤੇ ਜਦ ਮਿਸਰੀਆਂ ਨੇ ਇਹ ਕੋਸ਼ਿਸ਼ ਕੀਤੀ ਤੇ ਡੁੱਬ ਗਏ। ਇਸਤਸਨਾ। ਤੇ ਉਸ ਵੇਲੇ ਤੋਂ ਹੁਣ ਤਿਕਰ ਬਨੀ ਇਸਰਾਏਲ ਵਿੱਚ ਕੋਈ ਨਬੀ ਮੂਸਾ ਵਾਂਗਰ ਜਿਹਨੇ ਖੁਦਾਵੰਦ ਨਾਲ ਆਮਨੇ ਸਾਹਮਣੇ ਗੱਲਾਂ ਕੀਤੀਆਂ ਹੋਣ ਨਹੀਂ ਉੱਠਿਆ। ਤੇ ਉਹਨੂੰ ਖੁਦਾਵੰਦ ਨੇ ਮਿਸਰ ਦੇਸ਼ ਵਿੱਚ ਫਰਾਊਨ ਤੇ ਉਹਦੇ ਸਾਰੇ ਖਾਦਮਾਂ ਤੇ ਉਹਦੇ ਸਾਰੇ ਮੁਲਕ ਦੇ ਸਾਹਮਣੇ ਸਾਰੇ ਨਿਸ਼ਾਨ ਤੇ ਅਜੀਬ ਕੰਮ ਵਿਖਾਣ ਨੂੰ ਘੱਲਿਆ ਸੀ। ਇੰਝ ਮੂਸਾ ਨੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਜ਼ੋਰਾਵਰ ਹੱਥ ਤੇ ਵੱਡੀ ਹੈਬਤ ਦੇ ਕੰਮ ਕਰਕੇ ਵਿਖਾਏ। ਜ਼ਬੂਰ। ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਖਾਲਕ, ਰੂਹ, ਸਿਆਨ, ਸਾਰੀ ਚੰਗਿਆਈ ਤੇ ਅਸਲੀਅਤ ਦੇ ਇਲਾਹੀ ਅਸੂਲ ਉੱਤੇ ਜ਼ੋਰ ਦੇਣ ਵਾਲਾ, ਆਪ ਮੌਜੂਦ, ਹਯਾਤੀ, ਸੱਚਾਈ ਤੇ ਪਿਆਰ,
ਉਹ ਜਿਹੜਾ ਕਾਮਲ ਤੇ ਅਬਦੀ ਏ, ਮਾਦੇ ਤੇ ਅਬਦੀ ਦਾ ਮੁਖਾਲਫ, ਜਿਹਦਾ ਕੋਈ ਅਸੂਲ ਨਹੀਂ। ਰੱਬ ਜਿਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ, ਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਨ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਨ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ, ਜਿਹਨੂੰ ਇਨਸਾਨ ਮੌਜਜ਼ੇ ਆਖਦਾ ਏ। ਅਬਰਾਨੀਆਂ ਨੂੰ ਸ਼ਰੀਅਤ ਦੇਣ ਵਾਲਾ, ਬੋਲਣ ਵਿੱਚ ਧੀਮਾ, ਜੋ ਕੁਝ ਉਹਦੇ ਉੱਤੇ ਜ਼ਾਹਰ ਹੋਇਆ ਸੀ, ਉਹ ਲੋਕਾਂ ਨੂੰ ਸਮਝਾਉਣ ਤੋਂ ਮਾਯੂਸ ਸੀ। ਸਿਆਨ ਲਾਜ਼ਮੀ ਗੱਲ ਨਹੀਂ ਵੀ ਤਾਲੀਮੀ ਮਰਹਲਿਆਂ ਉੱਤੇ ਇਨਹਸਾਰ ਕਰੇ। ਇਹ ਆਪ ਹੀ ਸਾਰਾ ਸੋਹਣਾਪਨ ਤੇ ਸ਼ਾਇਰੀ ਤੇ ਇਹਨਾਂ ਨੂੰ ਜ਼ਾਹਰ ਕਰਨ ਦੀ ਤਾਕਤ ਰੱਖਦਾ ਏ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਏ ਜਦੋਂ ਹਿੱਸਾ ਚੁੱਪ ਹੋਣ। ਬਨੀ ਇਸਰਾਈਲ ਜਿੰਦ ਦੇ ਨੁਮਾਇੰਦੇ ਨਾਪੀ ਬਦਨੀ ਹਿੱਸ ਦੇ, ਰੂਹ ਦੀ ਔਲਾਦ ਜਿਹੜੀ ਗਲਤੀ, ਪਾਪ ਤੇ ਫਹਿਮ ਦੇ ਨਾਲ ਲੜਾਈ ਕਰਦਿਆਂ ਹੋਏ ਇਲਾਹੀ ਸਾਇੰਸ ਦੀ ਹੁਕਮਰਾਨੀ ਹੇਠਾਂ ਰਹਿੰਦੇ ਨੇ। ਰੱਬ ਦੇ ਕੁਝ ਖਿਆਲ ਇਨਸਾਨ ਦੇ ਤੌਰ ਤੇ ਵਿਖਾਲੀ ਦਿੰਦੇ ਨੇ, ਗਲਤੀਆਂ ਨੂੰ ਦੂਰ ਕਰਦੇ ਨੇ ਤੇ ਬਿਮਾਰਾਂ ਨੂੰ ਸ਼ਿਫਾ ਦਿੰਦੇ ਨੇ। ਉਹ ਮਸੀਹ ਦੀ ਔਲਾਦ ਨੇ। ਮਿਸਰ ਵਿੱਚ ਇਹ ਸਿਆਨ ਹੀ ਸੀ ਜਿਨੇ ਇਸਰਾਈਲੀਆਂ ਨੂੰ ਵਬਾਵਾਂ ਉੱਤੇ ਭਰੋਸਾ ਕਰਨ ਤੋਂ ਬਚਾਇਆ। ਬੀਆਬਾਨ ਵਿੱਚ ਚੱਟਾਨ ਤੋਂ ਨਦੀਆਂ ਵਗਾਈਆਂ ਤੇ ਅਸਮਾਨ ਤੋਂ ਮਨ ਵਰਾਇਆ। ਗੈਰ ਕੌਮਾਂ ਦੇ ਵਿਚਾਲੇ ਕੈਦ ਵਿੱਚ ਵੀ ਇਲਾਹੀ ਅਸੂਲ ਨੇ ਰੱਬ ਦੇ ਲੋਕਾਂ ਲਈ ਅੱਗ ਦੀ ਭੱਟੀ ਵਿੱਚ ਤੇ ਬਾਦਸ਼ਾਹ ਦੇ ਮਹਿਲਾਂ ਵਿੱਚ ਅਜੀਬ ਕੰਮ ਵਿਖਾਏ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ, ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੌਜਜ਼ੇ ਤੋਂ ਬਹੁਤੀ ਪੁਰਅਸਰਾਰ ਲੱਗਦੀ ਏ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਪਈ ਤੂੰ ਨੱਸਦਾ ਏਂ, ਐ ਯਰਦਨ ਤੈਨੂੰ ਕੀ ਹੋਇਆ ਪਈ ਤੂੰ ਪਿਛਾਂ ਹਟਦਾ ਏਂ, ਐ ਪਹਾੜੋ ਤੁਹਾਨੂੰ ਕੀ ਹੋਇਆ ਵੀ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਐ ਪਹਾੜੀਓ ਤੁਹਾਨੂੰ ਕੀ ਹੋਇਆ ਵੀ ਤੁਸੀਂ ਭੇਡ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ, ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੌਜਜ਼ਾ ਕਿਸੇ ਇਖਤਲਾਫ ਦਾ ਤਾਰਫ ਨਹੀਂ ਕਰਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਏ। ਉਹੀ ਤਾਕਤ ਜਿਹੜੀ ਪਾਪ ਤੋਂ ਸ਼ਿਫਾ ਦਿੰਦੀ ਏ, ਉਹ ਬਿਮਾਰੀ ਤੋਂ ਵੀ ਸ਼ਿਫਾ ਦਿੰਦੀ ਏ। ਸੁਣ ਐ ਇਸਰਾਈਲ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਏ। ਅਬਦੀ ਮੈਵਾਂ ਬਦਨੀ ਇਨਸਾਨੀਅਤ ਦੀ ਤੰਗ ਹੱਦਾਂ ਵਿੱਚ ਬੰਨਿਆ ਹੋਇਆ ਜਾਂ ਸੁੱਕਿਆ ਹੋਇਆ ਨਹੀਂ ਏ, ਤੇ ਨਾ ਹੀ ਉਹਨੂੰ ਫਾਨੀ ਖਿਆਲਾਂ ਦੇ ਰਾਹੀਂ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਏ। ਐਸ ਇੱਕ ਵੱਡੇ ਸਵਾਲ ਦੇ ਮੁਕਾਬਲੇ ਵਿੱਚ ਰੱਬ ਦੀ ਅਸਲੀ ਸੂਰਤ ਜ਼ਰਾ ਅਹਿਮੀਅਤ ਰੱਖਣੀ ਚਾਹੀਦੀ ਏ, ਭਈ ਲਾਮਹਿਦੂਦ ਸਿਆਨ ਜਾਂ ਇਲਾਹੀ ਪਿਆਰ ਕੀ ਏ। ਇਹ ਕੌਣ ਏ ਜਿਹੜਾ ਸਾਡੀ ਫਰਮਾਬਰਦਾਰੀ ਦੀ ਮੰਗ ਕਰਦਾ ਏ? ਉਹੀ ਕਲਾਮ ਦੀ ਬੋਲੀ ਵਿੱਚ ਜਿਹੜਾ ਅਸਮਾਨੀ ਲਸ਼ਕਰ ਤੇ ਅਹਿਲੇ ਜ਼ਬਾਨ ਦੇ ਨਾਲ ਜੋ ਕੁਝ ਚਾਹੁੰਦਾ ਏ ਕਰਦਾ ਏ, ਤੇ ਕੋਈ ਨਹੀਂ ਏ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਆਖੇ ਭਈ ਤੂੰ ਕੀ ਕਰਦਾ ਏ। ਲਾਮਹਿਦੂਦ ਪਿਆਰ ਨੂੰ ਪੇਸ਼ ਕਰਨ ਦੀ ਕੋਈ ਸੂਰਤ, ਨਾ ਹੀ ਕੋਈ ਬਦਨੀ ਮਜਮੂਆ ਮੁਨਾਸਬ ਏ। ਜਿਵੇਂ ਬਨੀ ਇਸਰਾਈਲ ਨੂੰ ਬਹਿਰੇ ਕੁਲਜ਼ਮ ਇਨਸਾਨੀ ਡਰ ਦੇ ਤਾਰੀਕ ਉਤਾਰ ਚੜਾਓ ਤੋਂ ਲੰਘਦਿਆਂ ਹੋਏ ਫਤਹਮੰਦੀ ਮਿਲੀ, ਜਿਵੇਂ ਉਹਨਾਂ ਨੂੰ ਬੀਆਬਾਨ ਵਿੱਚ ਇਨਸਾਨੀ ਉਮੀਦਾਂ ਦੇ ਵੱਡੇ ਸਹਿਰਾ ਵਿੱਚ ਤਕਲੀਫਾਂ ਵਿੱਚੋਂ ਲੰਘਦਿਆਂ ਹੋਏ ਤੇ ਵਾਅਦਾ ਕੀਤੀ ਹੋਈ ਖੁਸ਼ੀ ਦੀ ਤੋਕੋ ਕਰਦਿਆਂ ਹੋਏ ਰਹਿਨੁਮਾਈ ਮਿਲੀ, ਉਸੇ ਤਰ੍ਹਾਂ ਸਮਝ ਤੋਂ ਰੂਹ ਤਿਕਰ, ਵਜੂਦੀਅਤ ਦੇ ਮਾਦੀ ਫਹਿਮ ਤੋਂ ਰੂਹਾਨੀ ਫਹਿਮ ਤਿਕਰ ਦੇ ਸਫ਼ਰ ਦੇ ਦੌਰਾਨ ਰੂਹਾਨੀ ਖਿਆਲ ਸਾਰੀਆਂ ਖਾਹਿਸ਼ਾਂ ਦੀ ਰਹਿਨੁਮਾਈ ਕਰੇਗਾ ਤੇ ਉਹਨਾਂ ਸਾਰਿਆਂ ਨੂੰ ਜਲਾਲ ਲਈ ਤਿਆਰ ਕਰੇਗਾ ਜਿਹੜੇ ਰੱਬ ਨਾਲ ਪਿਆਰ ਕਰਦੇ ਨੇ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਆਂ, ਇਹਨਾਂ ਨੂੰ ਛੱਡ ਦਈਏ ਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ, ਪਰ ਇਲਾਹੀ ਸਾਇੰਸ ਇਹ ਵਾਜ਼ਿਆ ਕਰਦੀ ਏ ਭਈ ਉਹ ਪੂਰੇ ਤੌਰ ਤੇ ਇਲਾਹੀ ਸਿਆਨ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਐਸ ਸਿਆਨ ਵਿੱਚ ਮਿਰਾਸ ਰੱਖਦੀਆਂ ਨੇ, ਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਤੇ ਦਰਜਾਬੰਦੀ ਵਿੱਚ ਬਹਾਲ ਕਰਦੀ ਏ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਵਰਤਦਾ ਏ,
ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਸਿਆਣ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਏ। ਉਹ ਸਾਰਾ ਕੁਝ ਜਿਹਦੇ ਲਈ ਅਸੀਂ ਪਾਪ, ਬਿਮਾਰੀ ਤੇ ਮੌਤ ਦੀ ਇਸਤਲਾਹ ਵਰਤਦੇ ਆਂ, ਫਾਨੀ ਯਕੀਨ ਏ। ਅਸੀਂ ਮਾਦੇ ਦੀ ਤਸ਼ਰੀਹ ਗਲਤੀ ਦੇ ਤੌਰ ਤੇ ਕਰਦੇ ਆਂ, ਕਿਉਂ ਜੇ ਇਹ ਹਯਾਤੀ ਮਵਾਦ ਤੇ ਸਿਆਣ ਦਾ ਉਲਟ ਏ। ਜੇ ਰੂਹ ਅਸਲੀ ਤੇ ਅਬਦੀ ਏ ਤੇ ਮਾਦਾ ਆਪਣੀ ਫਾਨੀਅਤ ਦੇ ਨਾਲ ਅਸਲੀ ਨਹੀਂ ਹੋ ਸਕਦਾ। ਸਾਡੀ ਨਜ਼ਰ ਵਿੱਚ ਕਿਹੜੀ ਸ਼ੈ ਮਵਾਦ ਹੋਣੀ ਚਾਹੀਦੀ ਏ? ਗਲਤੀ, ਤਬਦੀਲ ਕਰਨ ਵਾਲਾ, ਫਨਾਹ ਹੋਣ ਵਾਲਾ ਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗਯੁਰ ਤੇ ਲਾਫਾਨੀ। ਨਵੇਂ ਅਹਿਦਨਾਮੇ ਦਾ ਇੱਕ ਲਿਖਾਰੀ ਤਫਸੀਲ ਨਾਲ ਈਮਾਨ ਯਾਨੀ ਸਿਆਣ ਦੇ ਮਿਆਰ ਨੂੰ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦੇ ਇਤਮਾਦ ਦੇ ਤੌਰ ਤੇ ਬਿਆਨ ਕਰਦਾ ਏ। ਲੰਗੜਾ, ਗੂੰਗਾ, ਬੋਲਾ, ਅੰਨਾ, ਬਿਮਾਰ, ਜਿਨਸਪਰਸਤ, ਪਾਪੀ। ਮੇਰੀ ਖਾਹਿਸ਼ ਸੀ ਭਈ ਇਹ ਆਪਣੇ ਅਕੀਦਿਆਂ ਦੀ ਗੁਲਾਮੀ ਤੋਂ ਤੇ ਫਰਾਉਨਾਂ ਦੇ ਤਾਲੀਮੀ ਨਿਜ਼ਾਮ ਤੋਂ ਰਹਾਈ ਪਾਣ, ਜਿਹੜੇ ਅੱਜ ਮਾਜ਼ੀ ਵਾਂਗਰ ਇਸਰਾਈਲੀ ਕੌਮ ਨੂੰ ਕੈਦ ਵਿੱਚ ਰੱਖਦੇ ਨੇ। ਮੈਂ ਆਪਣੇ ਸਾਹਮਣੇ ਖੌਫਨਾਕ ਤਸਾਦਮ ਵੇਖਿਆ, ਬਹਿਰਾਏ ਕੁਲਜ਼ਮ ਤੇ ਬੀਆਬਾਨ, ਪਰ ਮੈਂ ਰੱਬ ਉੱਤੇ ਈਮਾਨ ਰੱਖ ਕੇ, ਸੱਚਾਈ, ਮਜ਼ਬੂਤ ਮੁਕਤੀਦਾਤਾ ਉੱਤੇ ਭਰੋਸਾ ਕਰਕੇ ਸਫ਼ਰ ਜਾਰੀ ਰੱਖਿਆ, ਭਈ ਉਹ ਮੈਨੂੰ ਕ੍ਰਿਸਚਨ ਸਾਇੰਸ ਦੀ ਧਰਤੀ ਵਿੱਚ ਰਹਿਨੁਮਾਈ ਦੇਵੇ, ਜਿੱਥੇ ਬੇੜੀਆਂ ਟੁੱਟ ਜਾਂਦੀਆਂ ਨੇ ਤੇ ਇਨਸਾਨ ਦੇ ਹੱਕ ਨੂੰ ਪੂਰੇ ਤੌਰ ਤੇ ਸਮਝਿਆ ਤੇ ਮੰਨਿਆ ਜਾਂਦਾ ਏ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਸ਼ਬੀਹ ਉੱਤੇ ਬਣਾਉਂਦਾ ਏ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਏ, ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਮੁਹੱਬਤ ਬੇਗਰਜ਼ੀ ਨਾਲ ਮੁਅੱਤਰ ਹੋ ਕੇ ਸਾਰਿਆਂ ਨੂੰ ਖੂਬਸੂਰਤੀ ਤੇ ਲੋਹ ਨਾਲ ਨਵਾਉਂਦੀ ਏ। ਸਾਡੇ ਪੈਰਾਂ ਹੇਠਾਂ ਘਾਹ ਖਾਮੋਸ਼ੀ ਨਾਲ ਆਖਦੀ ਏ, ਭਈ ਹਲੀਮ ਧਰਤੀ ਦੇ ਵਾਰਸ ਹੋਣਗੇ। ਮਾਮੂਲੀ ਕਤਲਬ ਦੀ ਝਾੜੀ ਆਪਣੀ ਮਿੱਠੀ ਖੁਸ਼ਬੂ ਅਸਮਾਨ ਵੱਲ ਘੱਲਦੀ ਏ। ਵੱਡੀ ਚਟਾਨ ਆਪਣਾ ਪਰਛਾਵਾਂ ਤੇ ਪਨਾਹ ਦਿੰਦੀ ਏ। ਸੂਰਜ ਦੀ ਲੋ ਚਰਚ ਦੇ ਗੁੰਬਦ ਵਿੱਚ ਚਮਕਦੀ ਏ, ਕੈਦਖਾਨੇ ਉੱਤੇ ਡਿੱਗਦੀ ਏ, ਬਿਮਾਰ ਦੇ ਕਮਰੇ ਵਿੱਚ ਪੈਂਦੀ ਏ, ਫੁੱਲਾਂ ਨੂੰ ਰੌਸ਼ਨ ਕਰਦੀ ਏ, ਧਰਤੀ ਦੇ ਮੰਜ਼ਰ ਨੂੰ ਸੋਹਣਾ ਬਣਾਉਂਦੀ ਏ, ਧਰਤੀ ਨੂੰ ਬਰਕਤ ਦਿੰਦੀ ਏ। ਇਨਸਾਨ ਉਹਦੀ ਸ਼ਬੀਹ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਤੇ ਮਲਕੀਅਤ ਰੱਖਦਾ ਏ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮ ਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਹੁਣ ਮੈਂ ਮੇਰੀ ਵਿਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।